हाँ स्टूडेंट्स, ਅੱਜ ਅਸੀਂ ਕਰਾਂਗੇ ਆਰਗੈਨਿਕ ਕੈਮਿਸਟਰੀ ਦਾ ਇੱਕ ਇੰਪੋਰਟੈਂਟ ਪਾਰਟ। ਇੱਕ ਸਾਇੰਟਿਸਟ ਆਇਆ ਸੀਗਾ ਜਿਹਦਾ ਨਾਮ ਸੀਗਾ ਬਰਜ਼ੀਲੀਅਸ। ਉਹਨੇ ਕਿਹਾ ਸੀਗਾ ਕਿ ਆਰਗੈਨਿਕ ਕੈਮਿਸਟਰੀ ਦੇ ਵਿੱਚ ਅਸੀਂ ਜ਼ਿਆਦਾਤਰ ਜੋ ਕੰਪਾਊਂਡਸ ਹੈਗੇ ਹੈ ਉਹ ਲੈਬ 'ਚ ਅਸੀਂ ਤਿਆਰ ਨਹੀਂ ਕਰ ਸਕਦੇ ਹੈਗੇ। ਬਟ ਐਕਚੁਅਲੀ ਉਹਨੂੰ ਜੋ ਗਲਤ ਪ੍ਰੂਫ ਕੀਤਾ ਹੈਗਾ, ਸਭ ਤੋਂ ਪਹਿਲਾਂ ਉਹ ਪ੍ਰੂਫ ਕੀਤਾ ਹੈਗਾ ਫੈਡਰਿਚ ਵੋਲਰ ਨੇ। ਇਹ ਗੱਲ ਹੈਗੀ ਆ 1828 ਦੀ। ਇਹਨੂੰ ਨੇ ਤਿਆਰ ਕੀਤਾ ਸੀਗਾ ਯੂਰੀਆ। ਹੁਣ ਯੂਰੀਆ ਨੇ ਕਿਸ ਤਰ੍ਹਾਂ ਤਿਆਰ ਕੀਤਾ, ਬਹੁਤ ਹੀ ਇੰਪੋਰਟੈਂਟ ਰਿਐਕਸ਼ਨ ਹੈਗੀ ਹੈ, ਪੇਪਰ ਵਾਸਤੇ ਆ ਸਕਦੀ ਹੈ। ਸੀਬੀਐਸਈ ਵਾਲਿਓ ਬਿਲਕੁਲ ਧਿਆਨ ਨਾਲ ਇਹ ਰਿਐਕਸ਼ਨ ਆਪਣੀ ਕਾਪੀ ਨੋਟ ਕਰ ਲਿਓ। ਅਮੋਨੀਅਮ ਸਲਫੇਟ ਦੇ ਵਿੱਚ ਜਦ ਅਸੀਂ ਐਡ ਕਰਦੇ ਹਾਂ ਪੋਟੈਸ਼ੀਅਮ ਸਾਈਨੇਟ, ਉਹਨੂੰ ਉਸ ਤੋਂ ਬਾਅਦ ਅਸੀਂ ਹੀਟ ਕਰਦੇ ਹਾਂ ਐਂਡ ਸਾਨੂੰ ਮਿਲਦਾ ਹੈਗਾ ਅਮੋਨੀਅਮ ਸਾਈਨੇਟ ਪਲਸ K2SO4 ਦੈਟ ਇਜ਼ ਪੋਟੈਸ਼ੀਅਮ ਸਲਫੇਟ। ਠੀਕ ਹੈ, ਇਹ ਰਿਐਕਸ਼ਨ ਤੁਹਾਡੀ ਤੁਸੀਂ ਲਿਖ ਲਈ ਆਪਣੀ ਕਾਪੀ ਦੇ ਵਿੱਚ। ਉਸ ਤੋਂ ਬਾਅਦ ਇਹ ਤੁਸੀਂ ਆਪਣਾ ਆਬਟੇਨ ਕੀਤਾ ਹੈਗਾ ਅਮੋਨੀਅਮ ਸਾਈਨੇਟ, ਇਹਨੂੰ ਅਸੀਂ ਕੀ ਕਰਨਾ ਹੈਗਾ, ਦੁਬਾਰਾ ਹੀਟ ਕਰਨਾ ਹੈਗਾ। ਦੁਬਾਰਾ ਹੀਟ ਕਰਨ ਤੋਂ ਬਾਅਦ ਰੀਅਰੇਂਜਮੈਂਟ ਕਰਨ ਤੋਂ ਬਾਅਦ ਸਾਨੂੰ ਫਾਈਨਲੀ ਸਾਨੂੰ ਮਿਲਦਾ ਹੈਗਾ ਯੂਰੀਆ, ਜੋ ਕਿ ਐਕਚੁਅਲੀ ਕਿਹਨੇ ਬਣਾਇਆ ਸੀਗਾ ਲੈਬ ਦੇ ਵਿੱਚ, ਫਰੈਡਰਿਚ ਵੋਲਰ ਨੇ। ਸਾਇੰਟਿਸਟ ਦਾ ਨਾਮ ਯਾਦ ਰੱਖਿਓ, ਪੇਪਰ ਦੇ ਵਿੱਚ ਪੁੱਛ ਸਕਦੇ ਆ। ਠੀਕ ਹੈ, ਉਹਨੂੰ ਦੇਖਦੇ ਦੇਖਦੇ ਹੀ ਫਰੈਡਰਿਚ ਵੋਲਰ ਨੂੰ ਕੀ ਉਹ ਆਪਣੀ ਸਟੱਡੀ ਕੀਤੀ ਉਹਨੇ ਲੈਬ ਦੇ ਵਿੱਚ। ਉਸ ਤੋਂ ਬਾਅਦ ਆ ਗਿਆ ਹੈਗਾ ਕੋਲਬੇ 1845 ਦੇ ਵਿੱਚ, ਉਹਨੇ ਬਣਾਇਆ ਸੀਗਾ ਐਸੀਟਿਕ ਐਸਿਡ ਦੈਟ ਇਜ਼ ਫਾਰਮੂਲਾ CH3COH। ਉਸ ਤੋਂ ਬਾਅਦ 1856 ਦੇ ਵਿੱਚ ਬਰਥੀਲੋਟ ਨੇ ਬਣਾਇਆ ਸੀਗਾ ਮੀਥੇਨ। ਇਹ ਸਟੂਡੈਂਟਸ ਹੁਣ ਅਸੀਂ ਕਰਾਂਗੇ ਵਰਸੇਟਾਈਲ ਨੇਚਰ ਆਫ ਦ ਕਾਰਬਨ। ਕੁਝ ਇੰਪੋਰਟੈਂਟ ਪ੍ਰੋਪਰਟੀਜ਼ ਹੈਗੀਆਂ ਕਾਰਬਨ ਦੀਆਂ। ਐਂਡ ਵਰਸੇਟਾਈਲ ਐਕਚੁਅਲੀ ਮਤਲਬ ਇਹਦੇ ਵਿੱਚ ਹੈਗਾ ਯੂਨੀਕ ਨੇਚਰ ਜੋ ਹੈਗਾ ਕਾਰਬਨ ਦਾ। ਸਭ ਤੋਂ ਪਹਿਲੇ ਜੋ ਟੌਪਿਕ ਆਉਂਦਾ ਹੈਗਾ ਉਹ ਆਉਂਦਾ ਹੈਗਾ ਸਭ ਤੋਂ ਇੰਪੋਰਟੈਂਟ ਜੋ ਡੈਫੀਨੇਸ਼ਨ ਹੈਗੀ ਦੈਟ ਇਜ਼ ਕੈਟੀਨੇਸ਼ਨ ਦੀ। ਕੈਟੀਨੇਸ਼ਨ ਕੀ ਹੁੰਦਾ ਐਕਚੁਅਲੀ, ਦ ਸੈਲਫ ਲਿੰਕਿੰਗ ਪ੍ਰੋਪਰਟੀ ਆਫ ਐਨ ਐਲੀਮੈਂਟ ਡਿਊ ਟੂ ਵਿਚ the large number of its atoms can be linked with each other by the covalent bond। ਹੁਣ ਕੋਵਲੈਂਟ ਬੌਂਡ ਅਗਰ ਤੁਹਾਨੂੰ ਨੌਲੇਜ ਨਹੀਂ ਹੈਗੀ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕੋਵਲੈਂਟ ਬੌਂਡ ਹੁੰਦੇ ਆ ਜਿਹਨਾਂ 'ਚ ਸ਼ੇਅਰਿੰਗ ਹੁੰਦੀ ਹੈਗੀ ਹੈ। ਜਿਸ ਤਰ੍ਹਾਂ ਕਾਰਬਨ ਤੇ ਅੱਗੇ ਹਾਈਡਰੋਜਨ ਜੋ ਸ਼ੇਅਰਿੰਗ ਹੁੰਦੀ, ਤਾਂ ਹੀ ਅਸੀਂ ਇਹਨੂੰ ਨਾਮ ਬੋਲਦੇ ਹਾਂ ਹਾਈਡਰੋਕਾਰਬਨਸ। ਠੀਕ ਹੈ, ਜੋ ਹਾਈਡਰੋਕਾਰਬਨ ਦੀ ਸਟੱਡੀ ਕਰਦੇ ਆ ਆਰਗੈਨਿਕ ਕੈਮਿਸਟਰੀ ਦੇ ਵਿੱਚ, ਐਂਡ ਇਹਦੀ ਹੀ ਫਰਦਰ ਸਟੱਡੀ ਅੱਗੇ ਕੀਤੀ ਜਾਂਦੀ ਹੈ +1 +2 ਦੇ ਵਿੱਚ ਵੀ, ਮੈਡੀਕਲ ਨਾਨ ਮੈਡੀਕਲ ਦੇ ਵਿੱਚ ਵੀ। ਠੀਕ ਹੈ, ਜੋ ਕਾਰਬਨ ਇੱਕ ਸਟ੍ਰੇਟ ਚੇਨ ਬਣਾਉਂਦਾ ਪਿਆ, ਠੀਕ ਹੈ, ਉਹਦਾ ਨਾਮ ਮੈਂ ਤਾਂ ਲਿਖਦਾ ਹੈਗਾ ਸਟ੍ਰੇਟ ਚੇਨ। ਅਗਰ ਇੱਕ ਕਾਰਬਨ ਮੈਂ ਸੈਕਿੰਡ ਕਾਰਬਨ ਦੇ ਉੱਪਰ ਲਿਆ, ਮੈਂ ਚੌਥੇ ਚੱਕ ਕੇ ਦੂਜੇ ਦੇ ਉੱਪਰ ਲੈ ਗਿਆ ਮੈਂ, ਸੋ ਇਹ ਬਣ ਗਿਆ ਸਾਡੇ ਕੋਲ ਬ੍ਰਾਂਚ ਚੇਨ ਬਣ ਗਈ। ਠੀਕ ਹੈ, ਐਂਡ ਸਿਮਿਲਰਲੀ ਥਰਡ ਵਨ ਸਾਡੇ ਕੋਲ ਬਣਦਾ ਹੈਗਾ ਸਾਈਕਲਿਕ ਚੇਨ ਔਰ ਰਿੰਗ ਚੇਨ। ਮਤਲਬ ਕਿ ਸਾਈਕਲਿਕ ਚੇਨ ਦੇ ਵਿੱਚ ਕੀ ਹੁੰਦਾ ਹੈਗਾ, ਜੋ ਕਾਰਬਨ ਹੈਗੇ ਆ ਉਹ ਪੂਰਾ ਬੰਦ ਹੋ ਗਿਆ, ਕਲੋਜ਼ਡ ਹੋ ਗਿਆ। ਠੀਕ ਹੈ, ਤਾਂ ਇਹਨੂੰ ਅਸੀਂ ਬੋਲਦੇ ਹਾਂ ਸਾਈਕਲਿਕ ਚੇਨ ਔਰ ਰਿੰਗ ਚੇਨ। ਇਹ ਸਟੂਡੈਂਟਸ ਸੋ ਨੈਕਸਟ ਪ੍ਰੋਪਰਟੀ ਆਪਣੀ ਹੈਗੀ ਹੈ ਟੈਟਰਾਵੈਲੈਂਸੀ। ਡੈਫੀਨੇਸ਼ਨ ਬੇਟਾ ਯਾਦ ਰੱਖਣ ਦੀ ਵੈਸੇ ਨਹੀਂ ਕੋਈ ਲੋੜ ਨਹੀਂ ਹੈਗੀ, ਬਟ ਇਹਦਾ ਜੋ ਕੰਸੈਪਟ ਹੈਗਾ ਤੁਹਾਨੂੰ ਪਤਾ ਹੋਣਾ ਚਾਹੀਦਾ। ਟੈਟਰਾਵੈਲੈਂਸੀ ਐਕਚੁਅਲੀ ਕਹਿੰਦੇ ਕਿਹਨੂੰ ਹੈ, the characteristics of the carbon atom by virtue of which it forms 4 covalent bonds is called as tetravalency। एक कार्बन ਦੀ प्रॉपर्टी है कि वो 4 बॉन्ड अपने पूरे कंप्लीट करता है। ठीक है, अगर सपोज करो एक मैं ਤੁਹਾਨੂੰ ਚੇਨ ਬਣਾ ਕੇ ਦੱਸਾਂ ਕਾਰਬਨ ਦੀ, ਫॉर एग्जांपल ਇੱਥੇ ਮੈਂ ਇੱਕ ਐਗਜ਼ਾਮਪਲ ਲੈਣਾ ਹੈਗਾ। ਆ ਮੇਰੇ ਕੋਲ 3 ਕਾਰਬਨ ਦੀ ਇੱਕ ਚੇਨ ਹੈ। ਠੀਕ ਹੈ, ਇਸ ਕਾਰਬਨ ਦੇ ਮੈਂ ਜੋ ਬੌਂਡਸ ਹੈਗੇ ਉਹ ਕੰਪਲੀਟ ਕਰਨੇ। ਹੁਣ ਇਸ ਕਾਰਬਨ ਦੇ ਨਾਲ 21 ਸਿਰਫ ਬੌਂਡ ਲੱਗਾ ਹੋਇਆ, ਇਹਦਾ ਮਤਲਬ ਇਹਦੇ ਨਾਲ ਟੋਟਲ ਕਿੰਨੇ ਹਾਈਡਰੋਜਨ ਲੱਗੂਗੇ, 3 ਹਾਈਡਰੋਜਨ ਲੱਗੂਗੇ, ਤਾਂ ਜਾ ਕੇ ਇਹਦਾ ਜਿਹੜਾ ਆਊਟਰ ਮੋਸਟ ਸ਼ੈਲ ਹੈਗਾ, ਜੋ ਮਤਲਬ ਕਹਿ ਸਕਦੇ ਹਾਂ ਕਿ ਇਹਦੇ ਜੋ ਟੈਟਰਾਵੈਲੈਂਸੀ ਹੈਗੀ ਹੈ ਉਹ ਹੋਏਗੀ ਕੰਪਲੀਟ। ਸੋ ਇਸ ਕਾਰਬਨ ਦੇ ਨਾਲ ਮੈਂ 4 ਬੌਂਡ ਲਗਾਤੇ, ਇਹਦੀ ਟੈਟਰਾਵੈਲੈਂਸੀ ਹੋਗੀ ਕੰਪਲੀਟ। ਹੁਣ ਇਸ ਕਾਰਬਨ ਦੇ ਟੋਟਲ ਕਿੰਨੇ ਬੌਂਡ ਲੱਗੇ, 1 2, ਮਤਲਬ ਇਸ ਕਾਰਬਨ ਦੇ ਨਾਲ ਟੋਟਲ 2 ਹਾਈਡਰੋਜਨ ਲੱਗੂਗੇ, ਜੋ ਕਿ ਇਹਦਾ ਟੈਟਰਾਵੈਲੈਂਸੀ ਜੋ ਹੋਏਗੀ ਪੂਰੀ ਕੰਪਲੀਟ ਹੋਏਗੀ। ਹੁਣ ਇਸ ਕਾਰਬਨ ਦੇ ਕਿੰਨੇ ਲੱਗੂਗੇ ਹਾਈਡਰੋਜਨਸ, 3 ਲੱਗੂਗੇ, ਕਿਉਂਕਿ ਸਿਰਫ ਇਹਦੇ ਨਾਲ 21 ਬੌਂਡ ਲੱਗਾ ਹੋਇਆ। ਸੋ ਇਹ ਕੀ ਹੋ ਗਿਆ ਸਾਡੇ ਕੋਲ ਹੁਣ ਕਾਰਬਨ, ਇਹ ਬਣ ਗਿਆ ਟੈਟਰਾਵੈਲੈਂਟ। सो बेटा ये नोट डाउन कर लियो अपनी कॉपी ਦੇ ਵਿੱਚ। the characteristics of the carbon atom by virtue of which it forms 4 covalent bonds is called as tetravalency of carbon। ये स्टूडेंट्स ਹੁਣ ਇੱਕ ਹੋਰ ਸਾਡੇ ਕੋਲ ਇੱਕ ਇੰਪੋਰਟੈਂਟ ਟੌਪਿਕ ਹੈਗਾ ਬੇਟਾ, ਸਾਰੇ ਨੋਟਸ ਆਪਣੀ ਕਾਪੀ 'ਚ ਨੋਟ ਕਰ ਲਿਓ। ਕਲਾਸੀਫਿਕੇਸ਼ਨ ਆਫ ਹਾਈਡਰੋਕਾਰਬਨਸ। ਹੁਣ ਹਾਈਡਰੋਕਾਰਬਨਸ ਨੂੰ ਅੱਗੇ ਕਲਾਸੀਫਾਈ ਕੀਤਾ ਹੈ ਕਿਹਦੇ ਵਿੱਚ, ਐਲੀਫੈਟਿਕ ਹਾਈਡਰੋਕਾਰਬਨਸ ਦੇ ਵਿੱਚ ਐਂਡ ਸਾਈਕਲਿਕ ਦੇ ਵਿੱਚ। ਐਲੀਫੈਟਿਕ ਦਾ ਦੂਸਰਾ ਨਾਮ ਹੈਗਾ ਓਪਨ ਚੇਨ ਕੰਪਾਊਂਡਸ। ठीक है, एग्जाम्पल मैं दूंगा हुणे। एंड दूसरा है साइक्लिक, जिन्होंने ਅਸੀਂ ਕਹਿੰਦੇ ਆ क्लोज चेन कंपाउंड्स। ਹੁਣ ਅਸੀਂ ਪਿੱਛੇ ਸਟ੍ਰੇਟ ਚੇਨ, ਬ੍ਰਾਂਚ ਚੇਨ ਬਾਰੇ ਪੜ੍ਹ ਕੇ ਹਟੇ ਆ, ਐਂਡ ਰਿੰਗ ਚੇਨ ਬਾਰੇ ਪੜ੍ਹ ਕੇ ਹਟੇ ਆ। ਰਿੰਗ ਚੇਨ ਨੂੰ ਐਕਚੁਅਲੀ ਇਸ ਪਾਸ ਸਾਈਕਲਿਕ ਚੇਨ ਵੀ ਕਹਿੰਦੇ ਆ। ਠੀਕ ਹੈ, ਸੋ ਅੱਗੇ ਜੋ ਐਲੀਫੈਟਿਕ ਵਾਲੇ ਹੈਗੇ ਆ, ਐਲੀਫੈਟਿਕ ਜਿਹਦੇ ਵਿੱਚ ਹੁੰਦਾ ਹੈਗਾ ਓਪਨ ਚੇਨ ਹੈ, ਉਹਨੂੰ ਕੀ ਡਿਵਾਈਡ ਕੀਤਾ ਜਾਂਦਾ ਹੈਗਾ ਸੈਚੂਰੇਟਡ ਐਲਕੇਨਸ ਦੇ ਵਿੱਚ ਐਂਡ ਅਨਸੈਚੂਰੇਟਡ ਐਲਕੇਨਸ ਦੇ ਵਿੱਚ। ਹੁਣ ਸੈਚੂਰੇਟਡ ਐਲਕੇਨਸ ਦਾ ਫਾਰਮੂਲਾ ਕੀ ਹੈਗਾ, CnH2n+2। ਹੁਣ ਇਹ ਫਾਰਮੂਲਾ ਕਿੱਥੇ ਆਪਾਂ ਯੂਜ਼ ਕਰਦੇ ਹਾਂ, ਇਹਦਾ ਫॉर एग्जांपल ਇਸ ਫਾਰਮੂਲੇ ਦੇ ਵਿੱਚ CnH2n+2 ਦੇ ਵਿੱਚ ਅਗਰ ਮੈਂ n ਦੀ ਜਗ੍ਹਾ 1 ਪੁੱਟ ਕਰ ਦਵਾਂ, ਹੁਣ ਤੁਸੀਂ ਆਪਣੇ ਦੇਖੋਗੇ ਜਦੋਂ ਇਸ ਫਾਰਮੂਲੇ ਦੇ ਵਿੱਚ C1 ਮਤਲਬ n ਦੀ ਜਗ੍ਹਾ 1 ਪੁੱਟ ਕਰਤਾ C1H×1+2। ਠੀਕ ਹੈ, ਇਹ ਤੁਹਾਡਾ ਫਾਰਮੂਲਾ ਬਣ ਗਿਆ CH4। ਠੀਕ ਹੈ, ਸੋ ਮੇਰੇ ਕੋਲ ਫਾਰਮੂਲਾ ਆ ਗਿਆ CH4 ਦੈਟ ਇਜ਼ ਮੀਥੇਨ ਦਾ। ਹੁਣ ਅਗਰ ਤੁਸੀਂ ਇਹਨੂੰ ਐਕਸਪੈਂਡਡ ਫਾਰਮ 'ਚ ਲਿਖੋਗੇ, ਇਹ ਕੁਝ ਇਸ ਤਰ੍ਹਾਂ ਆਪਾਂ ਲਿਖਾਂਗੇ
एक कार्बन है ਜਿਹਦਾ ਹਾਈਡਰੋਜਨ ਲੱਗੇ ਹੋਏ ਆ 4 ਜੋ ਕਿ ਐਕਸਪੈਂਡਡ ਫਾਰਮ ਦੇ ਵਿੱਚ ਹੈਗਾ ਐਂਡ ਟੈਟਰਾਵੈਲੈਂਸੀ ਪੂਰੀ ਦੀ ਪੂਰੀ ਸ਼ੋ ਕਰ ਰਿਹਾ ਟੈਟਰਾਵੈਲੈਂਟ ਹੈਗਾ ਸੋ ਇਹਦੇ ਵਿੱਚ ਬੌਂਡ ਵੀ ਕੀ ਹੈ ਸਿੰਗਲ ਹੈ ਸੋ ਇਹ ਚੀਜ਼ ਸਾਨੂੰ ਪਤਾ ਲੱਗਦੀ ਕਿ ਜੋ ਸੈਚੂਰੇਟਡ ਐਲਕੇਨਸ ਹੁੰਦੇ ਆ ਨਾ ਉਹ ਚ ਸਾਡੇ ਕੋਲ ਹੁੰਦਾ ਹੈਗਾ ਸਿੰਗਲ ਬੌਂਡ ਇਹ ਸਿੰਗਲੀ ਬੌਂਡਡ ਹੁੰਦੇ ਆ ਦੂਸਰੀ ਸਾਈਡ ਸਾਡੇ ਕੋਲ ਆਪਾਂ ਪੜ੍ਹਦੇ ਆ ਅਨਸੈਚੂਰੇਟਡ ਕੰਪਾਊਂਡਸ ਅਨਸੈਚੂਰੇਟਡ ਕੰਪਾਊਂਡਸ ਦੇ ਵਿੱਚ ਸਾਡੇ ਕੋਲ ਅੱਗੇ ਡਿਵਾਈਡ ਆਪਾਂ ਕਰਦੇ ਆ ਐਲਕੀਨਸ ਦੇ ਵਿੱਚ ਐਂਡ ਐਲਕਾਈਨਸ ਦੇ ਵਿੱਚ ਕਿ ਡਿਵਾਈਡ ਕਰਦੇ ਆ ਆਪਾਂ ਐਲਕੀਨਸ ਐਂਡ ਐਲਕਾਈਨਸ ਦੇ ਆਪਾਂ ਡਿਵਾਈਡ ਕਰਦੇ ਆ ਐਲਕੀਨਸ ਦਾ ਜਿਹੜਾ ਜਨਰਲ ਫਾਰਮੂਲਾ ਹੁੰਦਾ ਉਹ ਹੁੰਦਾ CnH2n ਸੋ ਬਿਲਕੁਲ ਬੇਟਾ ਧਿਆਨ ਨਾਲ ਫਾਰਮੂਲਾ ਯਾਦ ਕਰ ਲਓ CnH2n ਹੈਗਾ ਸਾਡਾ ਐਲਕੀਨਸ ਦਾ ਐਲਕੀਨਸ ਦਾ ਹੈਗਾ CnH2n+2 ਐਂਡ ਲਾਸਟ ਬਟ ਨਾਟ ਦ ਲੀਸਟ ਐਲਕਾਈਨਸ ਜਿਹਨਾਂ ਚ ਹੁੰਦਾ ਹੈਗਾ ਟ੍ਰਿਪਲੀ ਆਪਣਾ ਬੌਂਡ ਹੁੰਦਾ ਚ ਟ੍ਰਿਪਲ ਬੌਂਡ ਹੁੰਦਾ ਹੈਗਾ ਹੈ ਉਹਦਾ ਆਪਣਾ ਫਾਰਮੂਲਾ ਕੀ ਹੈਗਾ ਆਪਣਾ CnH2n-2 ਸੋ ਲਾਸਟ ਬਟ ਨਾਟ ਦ ਲੀਸਟ CnH2n-2 ਕਿਹਦਾ ਫਾਰਮੂਲਾ ਹੈਗਾ ਐਲਕਾਈਨਸ ਦਾ ਜੋ ਕਿ ਸਾਡੇ ਕੋਲ ਕੀ ਹੁੰਦੇ ਆ ਕਾਰਬਨ ਕਾਰਬਨ ਟ੍ਰਿਪਲ ਬੌਂਡ ਠੀਕ ਹੈ ਜੀ ਹੁਣ ਅਗਰ ਮੈਂ ਐਲੀਫੈਟਿਕ ਦਾ ਇੱਕ ਐਗਜ਼ਾਮਪਲ ਲੈਣਾ ਹੋਵੇ ਉਹ ਤੇ ਮੈਂ ਇੱਕ ਸਿੰਪਲ ਇੱਕ ਚੇਨ ਬਣਾਉਂਗਾ ਕਾਰਬਨ ਦੀ ਕਿਉਂਕਿ ਮੈਂ ਇੱਥੇ ਲਿਖਿਆ ਵੀ ਹੈ ਨਾਲ ਐਲੀਫੈਟਿਕ ਨੂੰ ਆਪਾਂ ਕਹਿੰਦੇ ਆ ਜਾਂ ਆਪਾਂ ਕਹਿੰਦੇ ਆ ਓਪਨ ਚੇਨ ਕੰਪਾਊਂਡਸ ਇੱਕ ਤੁਹਾਨੂੰ ਮੈਂ ਕੁਐਸਚਨ ਦੱਸਣਾ ਭੁੱਲ ਗਿਆ ਇੱਕ ਹੋਰ ਕੁਐਸਚਨ ਕਈ ਵਾਰੀ ਪੁੱਛ ਲੈਂਦੇ ਹੁੰਦੇ ਆ ਕਿ ਐਲਕੇਨਸ ਦਾ ਹੋਰ ਨਾਮ ਕੀ ਹੈ ਐਲਕੇਨਸ ਨੂੰ ਆਪਾਂ ਹੋਰ ਕੀ ਕਹਿੰਦੇ ਆ ਪੈਰਾਫਿਨਸ ਕੀ ਕਹਿੰਦੇ ਆਪਾਂ ਪੈਰਾਫਿਨਸ ਇਹ ਹੈਗਾ ਐਲਕੇਨ ਦਾ ਨਾਮ ਕਿਹਦਾ ਨਾਮ ਹੈਗਾ ਐਲਕੀਨ ਦਾ ਐਂਡ ਔਨ ਦਾ ਅਦਰ ਹੈਂਡ ਜੋ ਸਾਡੇ ਕੋਲ ਐਲਕੀਨਸ ਹੈ ਇਹਦਾ ਵੀ ਇੱਕ ਹੋਰ ਨਾਮ ਹੈਗਾ ਜੋ ਕਈ ਵਾਰੀ ਪੇਪਰ ਪੁੱਛ ਲੈਂਦੇ ਵਾਟ ਇਜ਼ ਅਨਦਰ ਨੇਮ ਆਫ ਐਲਕੀਨਸ ਸੋ ਜਾਂ ਤੇ ਉਹ ਨਾਮ ਜੋ ਆਪਣਾ ਹੈਗਾ ਉਹ ਆਪਾਂ ਇੱਕ ਜਗ੍ਹਾ ਯੂਜ਼ ਕਰਦੇ ਹਾਂ ਐਲਕੀਨਸ ਦੀ ਜਗ੍ਹਾ ਸੋ ਇਹਦਾ ਦੂਜਾ ਨਾਮ ਕੀ ਹੈਗਾ ਐਲਕੀਨਸ ਦਾ ओलिफिन्स मैं स्पेलिंग बोल देता बेटा OLEFINS अगर किसी को विजिबल नहीं है कि स्पेलिंग लिखियो बेटा OLEFINS ओलिफिन्स ठीक है जी बट एल्काइंस ਦਾ ਇਦਾਂ ਦਾ ਕੋਈ ਦੂਜਾ ਨਾਮ ਨਹੀਂ ਹੈ ਉਹਨੂੰ ਆਪਾਂ ਐਲਕਾਈਨਸ ਹੀ ਕਹਿੰਦੇ ਆ ਦੈਟ ਇਜ਼ ਕਾਰਬਨ ਕਾਰਬਨ ਜਿਹਨਾਂ ਚ ਟ੍ਰਿਪਲ ਬੌਂਡ ਹੁੰਦਾ ਹੈਗਾ ਉਹ ਹੁੰਦੇ ਐਲਕਾਈਨਸ ਐਂਡ ਕਾਰਬਨ ਕਾਰਬਨ ਜੋ ਡਬਲ ਬੌਂਡ ਹੁੰਦਾ ਹੈਗਾ ਉਹ ਹੁੰਦਾ ਸਾਡਾ ਐਲਕੀਨਸ ਦੇ ਵਿੱਚ ਐਂਡ ਕਾਰਬਨ ਕਾਰਬਨ ਸਿੰਗਲ ਬੌਂਡ ਕਿਚ ਹੁੰਦਾ ਸਾਡਾ ਐਲਕੀਨਸ ਦੇ ਵਿੱਚ ਜੋ ਕਿ ਸਾਡਾ ਅੱਗੇ ਐਲੀਫੈਟਿਕ ਦੇ ਪਾਰਟ ਸੀਗਾ ਸੈਚੂਰੇਟਡ ਐਲਕੀਨਸ ਦੇ ਵਿੱਚ ਠੀਕ ਹੈ ਜੀ ਸੋ बेटा जल्दी ये फास्ट नोट कर लो अगर मैं गल करा साइक्लिक कंपाउंड की हूँ साइक्लिक कंपाउंड मैं पहले दस के हटिया सीगा एक क्लोज्ड पूरी रिंग है की हैगी एक पूरी क्लोज्ड रिंग है तो कार्बन की रिंग है बेसिकली हर एक कॉर्नर से कार्बन है जिस तरह मैं एग्जांपल दिता सीगा 3 कार्बन है ठीक है जी 3 कार्बन तो मैं एग्जांपल दिता सीगा पूरी क्लोज्ड एक रिंग हैगी एंड अगर इस ये कार्बन जो हैगा ये 2 बॉन्ड्स हैगे है ਤੇ ਇਹਨੇ ਆਪਣੇ ਪੂਰੇ ਬੌਂਡਸ ਕੰਪਲੀਟ ਕਰਨੇ ਆ ਸੋ ਇਹਦੇ ਨਾਲ ਆਪਾਂ ਕਿੰਨੇ ਹਾਈਡਰੋਜਨ ਲਗਾ ਦਵਾਂਗੇ 2 ਹਾਈਡਰੋਜਨ ਇਸ ਤਰ੍ਹਾਂ ਕੋਸ਼ਿਸ਼ ਕਰਿਓ ਜਦੋਂ ਵੀ ਇਸ ਤਰ੍ਹਾਂ ਤੁਸੀਂ ਕੋਈ ਸਟਰਕਚਰ ਬਣਾਉਂਦੇ ਹੋ ਤੇ ਐਕਸਪੈਂਡਡ ਫਾਰਮ ਚ ਲਿਖੋ ਇਹ ਨਹੀਂ ਕਿ CH2 ਨੂੰ ਇਕੱਠਾ ਕਰਕੇ ਲਿਖਣਾ ਹੈ ਹਾਈਡਰੋਜਨ ਇੱਕ ਅਲੱਗ ਲਿਖਣਾ ਇੱਕ ਅਲੱਗ ਲਿਖਣਾ ਹੈ ਇੱਕ ਮੈਂ ਆਰਗੈਨਿਕ ਦਾ ਵੀਡੀਓ ਪਾਈ ਹੋਈ ਹੈ YouTube ਦੇ ਉੱਪਰ ਆਯੂਪੈਕ ਨੇਮਿੰਗ ਦੀ ਤੁਸੀਂ ਉਹ ਵੀ ਦੇਖ ਸਕਦੇ ਹੋ ਦੈਟ ਇਜ਼ ਮੋਸਟ ਇੰਪੋਰਟੈਂਟ ਫॉर ICSE ਸਟੂਡੈਂਟਸ ਉਸ ਤੋਂ ਬਾਅਦ ਇਹਦੇ ਨਾਲ ਵੀ 2 ਹਾਈਡਰੋਜਨ ਐਂਡ ਇਹਦੇ ਨਾਲ ਵੀ ਆਪਣੇ 2 ਹਾਈਡਰੋਜਨ ਸੋ ਇਹ ਕੀ ਹੈ ਇੱਕ ਸਾਈਕਲਿਕ ਚੇਨ ਹੈ साइक्लिक का मतलब एक्चुअली इत्थे हैगा क्लोज्ड चेन है एक क्लोज्ड है ठीक है बट जो एलिफैटिक होंदी है वो एक ओपन चेन होंदी है मतलब कार्बन कार्बन दी एक ओपन चेन है बाकी लगा दो इहदे नाल हाइड्रोजन कंप्लीट कर दो इहदे 1 2 3 इहदे नाल 2 लगूंगे हाइड्रोजन इहदे नाल कितने लगूंगे 3 लगूंगे सो इहदे टोटल जो 4 सीगे आपां बॉन्ड जिहड़े सीगे वो आपां पूरे करते ठीक है जी ये स्टूडेंट्स एक होर साडे कोल इंपॉर्टेंट टॉपिक है इंपॉर्टेंट डेफिनेशन ये भी पेपर दे विच इस बार तुहानूं पक्का आ सकता है दैट इज़ अवर होमोलोगस सीरीज सब तो पहले तुसीं डेफिनेशन याद करनी है प्रॉपरली समझ के अ होमोलॉगस सीरीज इज अ ग्रुप ऑफ ऑर्गेनिक कंपाउंड हैविंग अ सिमिलर स्ट्रक्चर ऑफ द सिमिलर केमिकल प्रॉपर्टीज इन विच द सक्सेसिव कंपाउंड्स डिफर बाय CH2 ग्रुप हुण आ जो पॉइंट इत्थे लिखिया होया है द सक्सेसिव कंपाउंड्स ठीक है ये सब तो इंपॉर्टेंट एक वर्ड है लिखने वाला अगर तुसीं नहीं लिखोगे तो प्रॉपर मार्क्स नहीं मिलोगे in which successive compounds differ by CH2 group example की है मीथेन ਦੇ ਵਿੱਚ ਅਸੀਂ ਇੱਕ CH2 ਐਡ ਕੀਤਾ ਹੈਗਾ we get C2H6 that is ethane ਠੀਕ ਹੈ ਮਤਲਬ ਜੋ ਡਿਫਰ ਕਰ ਰਿਹਾ CH2 ਗਰੁੱਪ ਦੇ ਨਾਲ ਡਿਫਰ ਕਰ ਰਿਹਾ ਐਂਡ ਸੈਕੰਡ ਐਗਜ਼ਾਮਪਲ ਦੇ ਵਿੱਚ ਬਿਊਟੇਨ ਜੋ ਹੈਗਾ ਉਹਦੇ ਵਿੱਚ ਇੱਕ CH2 ਗਰੁੱਪ ਬਾਹਰ ਨਿਕਲ ਰਿਹਾ ਐਂਡ ਇਟ ਫਾਰਮ ਪ੍ਰੋਪੇਨ ਠੀਕ ਹੈ ਬੇਟਾ ਸੋ ਡਿਫਰ ਕਿੰਨਾ ਕਰ ਰਿਹਾ ਹੈਗਾ ਇੱਕ ਸਕਸੈਸਿਵ ਕੰਪਾਊਂਡਸ ਦੇ ਨਾਲ ਕਿੱਦਾਂ ਡਿਫਰ ਕਰ ਰਿਹਾ ਸਕਸੈਸਿਵ ਕੰਪਾਊਂਡਸ ਦੇ ਨਾਲ ਡਿਫਰ ਬਾय CH2 ਗਰੁੱਪ ਠੀਕ ਹੈ ਸੋ मीथेन ਤੋਂ ਬਣ ਰਿਹਾ इथेन एंड ब्यूटेन ਤੋਂ ਸਾਡਾ ਬਣ ਰਿਹਾ ਹੈਗਾ प्रोपेन